ਹੈਲੋ एवरीवन ਗਿਲਸ ਮੈਂਟੋਰ ਦੇ ਵਿਸ਼ੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਲੈਕਚਰ ਅੱਜ ਅਸੀਂ ਦੂਜਾ ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਨੈਕਸਟ ਟੌਪਿਕ ਕਰਾਂਗੇ। ਠੀਕ ਹੈ, ਬੋਲੀ ਬਾਰੇ ਸਮਝਾਂਗੇ, ਵਿਆਕਰਣ ਬਾਰੇ ਸਮਝਾਂਗੇ ਤੇ ਵਿਆਕਰਣ ਦਾ ਪਹਿਲਾ ਭਾਗ ਧੁਨੀ ਬਾਰੇ ਸਮਝਾਂਗੇ। ਠੀਕ ਹੈ ਫਰੈਂਡਸ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ ਫਰੈਂਡਸ, ਅੱਜ ਆਪਾਂ ਦੇਖਾਂਗੇ ਬੋਲੀ ਕਿਹਨੂੰ ਕਹਿੰਦੇ। ਵੈਸੇ ਸਾਨੂੰ ਪਤਾ ਹੈ, ਮੈਂ ਅਸੀਂ ਤਾਂ ਵੀ ਇੱਕ ਵਾਰੀ ਦੇਖ ਲੈਂਦੇ ਹਾਂ ਬੋਲੀ ਕਿਹਨੂੰ ਕਹਾਂਗੇ ਆਪਾਂ। ਜਿਹੜੇ ਸ਼ਬਦਾਂ ਰਾਹੀਂ ਅਸੀਂ ਆਪਣੇ ਮਨ ਦੇ ਵਿਚਾਰ ਬੋਲ ਕੇ ਜਾਂ ਲਿਖ ਕੇ ਹੋਰਾਂ ਅੱਗੇ ਪ੍ਰਗਟ ਕਰੀਏ ਉਸ ਨੂੰ ਹੀ ਆਪਾਂ ਬੋਲੀ ਆਖਦੇ ਹਨ। ਆਪਣੇ ਇਮੋਸ਼ਨਸ, ਆਪਣੀ ਫੀਲਿੰਗਸ ਨੂੰ ਆਪਾਂ ਜਾਂ ਸ਼ਬਦਾਂ ਦਾ ਰੂਪ ਦੇ ਕੇ ਜਾਂ ਤਾਂ ਉਹਨੂੰ ਬੋਲ ਕੇ ਪ੍ਰਗਟ ਕਰ ਦਈਏ ਜਾਂ ਤਾਂ ਉਹਨੂੰ ਲਿਖ ਕੇ ਪ੍ਰਗਟ ਕਰ ਦਈਏ ਤਾਂ ਉਸ ਨੂੰ ਆਪਾਂ ਕੀ ਆਖਾਂਗੇ? ਬੋਲੀ ਆਖਾਂਗੇ। ਇੱਥੇ ਇੱਕ ਪ੍ਰਸ਼ਨ ਵੀ ਉੱਠਦਾ ਹੈ ਕਿ ਮਾਤ ਭਾਸ਼ਾ ਕੀ ਹੁੰਦੀ ਹੈ। ਮਾਤ ਭਾਸ਼ਾ ਮਤਲਬ ਜੋ ਘਰ ਵਿੱਚ ਮਾਪਿਓ ਦੁਆਰਾ ਬੋਲੀ ਜਾਂਦੀ ਹੈ ਉਹੀ ਸਾਡੀ ਕੀ ਹੁੰਦੀ ਹੈ? ਮਾਤ ਭਾਸ਼ਾ ਹੁੰਦੀ ਹੈ। ਠੀਕ ਹੈ, ਇਲਾਕੇ ਦੇ ਆਧਾਰ 'ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ? ਅਗਲਾ ਪ੍ਰਸ਼ਨ, ਇਸ ਨੂੰ ਕਿਹਾ ਜਾਂਦਾ ਉਪ ਭਾਸ਼ਾ ਕਿਹਾ ਜਾਂਦਾ। ਤੁਹਾਨੂੰ ਮੈਂ ਪਿਛਲੇ ਲੈਕਚਰ ਸਮਝਾਇਆ ਸੀ ਨਾ ਭਾਸ਼ਾ ਅਤੇ ਉਪ ਭਾਸ਼ਾ ਬਾਰੇ। ਜੋ ਇੱਕ ਵਿਸ਼ਾਲ ਖੇਤਰ ਦੇ ਰੂਪ ਵਿੱਚ, ਕਿਸੇ ਵਿਸ਼ਾਲ ਖੇਤਰ ਦੇ ਰੂਪ ਵਿੱਚ ਇੱਕ ਸੀਮਿਤ ਖੇਤਰ ਦੀ ਭਾਸ਼ਾ ਨੂੰ ਆਪਾਂ ਉਪ ਭਾਸ਼ਾ ਆਖਦੇ ਹਾਂ। ਠੀਕ ਹੈ, ਹੁਣ ਆਪਾਂ ਵਿਆਕਰਣ ਬਾਰੇ ਗੱਲ ਕਰਦੇ ਹਾਂ। ਤੁਹਾਨੇ ਗ੍ਰਾਮਰ ਦੇ ਰੂਲ ਦੇਖੇ ਹੀ ਹੋਣੇ। ਇੰਗਲਿਸ਼ ਦੇ ਗ੍ਰਾਮਰ ਦੇ ਰੂਲ, ਹਰ ਇੱਕ ਲੈਂਗੁਏਜ ਦੇ ਕੋਈ ਨਾ ਕੋਈ ਗ੍ਰਾਮਰ ਦੇ ਰੂਲਸ ਹੁੰਦੇ ਹੀ ਹੁੰਦੇ ਆ। ਬਿਨਾਂ ਗ੍ਰਾਮਰ ਦੇ ਰੂਲਸ ਨਾ ਤਾਂ ਉਸ ਕੋਈ ਵਰਡ ਦਾ, ਉਸ ਸ਼ਬਦ ਦਾ ਕੋਈ ਅਰਥ ਬਣ ਸਕਦਾ, ਨਾ ਕਿਸੇ ਵਾਕ ਦਾ ਅਰਥ ਬਣ ਸਕਦਾ। ਠੀਕ ਹੈ, ਉਸ ਨੂੰ ਸ਼ੁੱਧ ਰੂਪ ਦੇਣ ਲਈ ਆਪਾਂ ਵਿਆਕਰਣ ਦੀ ਵਰਤੋਂ ਕਰਦੇ ਹਾਂ। ਕਿਸੇ ਬੋਲੀ ਨੂੰ ਠੀਕ ਜਾਂ ਲਿਖਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਉਸ ਨੂੰ ਮੈਂ ਵਿਆਕਰਣ ਆਖਦੇ ਹਨ। ਉਰੇ ਇਹ ਲਿਖਿਆ ਨਾ ਆਪਾਂ ਨੂੰ ਜਾਂ ਤੁਹਾਨੂੰ ਠੀਕ ਤਰੀਕੇ ਨਾਲ ਲਿਖ ਕੇ ਉਹਦਾ ਅਰਥ ਨਿਕਲ ਸਕੇ। ਠੀਕ ਹੈ, ਤਾਂ ਕਿ ਉਹ ਸਮਝ ਆ ਸਕੇ ਆਪਾਂ ਨੂੰ, ਉਹਦੇ ਲਈ ਆਪਾਂ ਨੂੰ ਨਿਯਮਾਂ ਦੀ ਵਰਤੋਂ ਕਰਨੀ ਪੈਂਦੀ ਹੈ। ਉਹ ਕਿਹੜੇ ਕਿਹੜੇ ਨਿਯਮ ਉਹ ਆਪਾਂ ਅੱਗੇ ਦੇਖਾਂਗੇ। ਠੀਕ ਹੈ, ਇਹ ਗੁਰੂ ਇੱਕ ਪ੍ਰਸ਼ਨ ਵੀ ਉੱਠਦਾ ਹੈ ਕਿ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਉਰੇ ਵਿਆਕਰਣ ਕਿਹਾ ਜਾਂਦਾ। ਕੀ ਕਿਹਾ ਜਾਂਦਾ ਹੈ? ਵਿਆਕਰਣ ਕਿਹਾ ਜਾਂਦਾ ਹੈ। ਠੀਕ ਹੈ ਫਰੈਂਡਸ, ਹੁਣ ਆਪਾਂ ਅੱਜ ਪਹਿਲੇ ਭਾਗ ਦੀ ਗੱਲ ਕਰਾਂਗੇ ਧੁਨੀ ਭੋਗ ਦੀ। ਠੀਕ ਹੈ, ਧੁਨੀ ਦੀ ਗੱਲ ਕਰਾਂਗੇ, ਧੁਨੀ ਬਾਰੇ ਸਮਝਾਂਗੇ। ਠੀਕ ਹੈ, ਧੁਨੀ ਦੀ ਪੂਰੀ ਐਕਸਪਲੇਨੇਸ਼ਨ ਦੇਖਾਂਗੇ ਆਪਾਂ। ਵਿਆਕਰਣ ਦਾ ਪਹਿਲਾ ਭਾਗ ਧੁਨੀ ਬਾਰੇ ਗੱਲ ਕਰਾਂਗੇ ਅੱਜ ਅਸੀਂ। ਠੀਕ ਹੈ, ਕਿਸੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਆਪਾਂ ਧੁਨੀ ਆਖਦੇ ਹਾਂ, ਜਿਵੇਂ ਕਿ ਕ, ਖ, ਗ। ਠੀਕ ਹੈ ਫਰੈਂਡਸ, ਅੱਗੇ ਚੱਲਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵਾਰੀ ਦੱਸਦਾ ਕਿ ਸਾਡੀ ਜਰਨੀ ਕਿਵੇਂ ਹੁੰਦੀ ਹੈ। ਇੱਕ ਵਾਕ ਤੱਕ ਪਹੁੰਚਣ ਲਈ ਪਹਿਲੇ ਹੁੰਦੀ ਹੈ ਧੁਨੀ, ਧੁਨੀ ਬਾਰੇ ਗੱਲ ਹੁੰਦੀ, ਫਿਰ ਭਾਵ-ਅੰਸ਼, ਫਿਰ ਸ਼ਬਦ, ਫਿਰ ਵਾਕ-ਅੰਸ਼, ਫਿਰ ਉਪਵਾਕ, ਫਿਰ ਵਾਕ। ਠੀਕ ਹੈ, ਯਾਨੀ ਕਿ ਇੱਕ ਵਾਕ ਬਣਨ ਤੋਂ ਪਹਿਲਾਂ ਉਸ ਨੂੰ ਧੁਨੀ ਬਣਨਾ ਪਏਗਾ, ਫਿਰ ਭਾਵ-ਅੰਸ਼, ਫਿਰ ਸ਼ਬਦ ਬਣੇਗਾ, ਫਿਰ ਵਾਕ-ਅੰਸ਼ ਬਣੇਗਾ, ਫਿਰ ਉਪਵਾਕ ਬਣੇਗਾ, ਫਿਰ ਵਾਕ ਬਣੇਗਾ। ਠੀਕ ਹੈ, ਆਪਾਂ ਹਰੇਕ ਚੀਜ਼ ਬਾਰੇ ਚਰਚਾ ਕਰਾਂਗੇ। ਠੀਕ ਹੈ ਫਰੈਂਡਸ, ਹੁਣ ਆਪਾਂ ਦੇਖਦੇ ਹਾਂ ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ। ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ, ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਠੀਕ ਹੈ ਫਰੈਂਡਸ, ਖੰਡੀ ਧੁਨੀਆਂ 'ਚ ਕਿੰਨੇ ਤਰ੍ਹਾਂ 'ਚ ਡਿਵਾਈਡ ਹੈ? ਸਵਰ ਅਤੇ ਵਿਅੰਜਨ ਵਿੱਚ। ਅਖੰਡੀ ਧੁਨੀਆਂ ਨਾਸਿਕਤਾ, ਬਲ, ਸੁਰ ਅਤੇ ਵਾਕਸੁਰ। ਠੀਕ ਹੈ, ਮੈਂ ਤੁਹਾਨੂੰ ਦੋਨੋਂ ਸਮਝਾਵਾਂਗਾ। ਪਹਿਲੇ ਆਪਾਂ ਖੰਡੀ ਧੁਨੀਆਂ ਸਮਝਾਂਗੇ। ਠੀਕ ਹੈ, ਖੰਡੀ ਧੁਨੀ ਤੋਂ ਸਮਝੋ ਪਹਿਲਾਂ ਤੁਹਾਨੂੰ ਧੁਨੀ ਬਾਰੇ ਧੁਨੀ ਤੋਂ ਧੁਨੀਮ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸਾਹ ਲੈਣ ਸਮੇਂ ਫੇਫੜਿਆਂ ਵਿੱਚੋਂ ਆਉਂਦੀ ਹਵਾ ਮੂੰਹ ਪੋਲ ਦੇ ਰਸਤੋਂ ਬਾਹਰ ਵੱਲ ਨੂੰ ਨਿਕਲਦੀ ਹੈ, ਪਰੰਤੂ ਜਦ ਕੋਈ ਉਚਾਰਨ ਅੰਗ ਕਿਸੇ ਵਿਸ਼ੇਸ਼ ਤਰਤੀਬ ਵਿੱਚ ਆਉਂਦਾ ਹੈ ਤਾਂ ਉਸ ਵੇਲੇ ਭਾਸ਼ਾ ਧੁਨੀਆਂ ਦੀ ਉਤਪਤੀ ਹੁੰਦੀ। ਜੇ ਕੋਈ ਵਿਸ਼ੇਸ਼ ਤਰਤੀਬ ਵਿੱਚ ਕੋਈ ਆਵੇ, ਧੁਨੀ ਆਵੇ ਤਾਂ ਉਸ ਨੂੰ ਆਪਾਂ ਭਾਸ਼ਾ ਧੁਨੀਆਂ ਦੀ ਉਤਪਤੀ ਕਹਾਈ ਜਾਏਗੀ। ਠੀਕ ਹੈ, ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਧੁਨੀ ਆਖਿਆ ਜਾਂਦਾ ਹੈ। ਇਹਨਾਂ ਧੁਨੀਆਂ ਦਾ ਗਿਆਨ ਧੁਨੀ ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਠੀਕ ਹੈ, ਜਦੋਂ ਇਹਨਾਂ ਧੁਨੀਆਂ ਵਿੱਚੋਂ ਕੁਝ ਖਾਸ ਧੁਨੀਆਂ ਨੂੰ ਕਿਸੇ ਵਿਸ਼ੇਸ਼ ਭਾਸ਼ਾ ਦੀ ਧੁਨੀ ਯੁਗਤ ਅਨੁਸਾਰ ਚੁਣ ਲਿਆ ਜਾਵੇ ਉਸ ਨੂੰ ਆਪਾਂ ਧੁਨੀਮ ਆਖਦੇ ਹਾਂ। ਕੀ ਆਖਦੇ ਹਾਂ? ਧੁਨੀਮ ਆਖਦੇ ਹਾਂ। ਪੰਜਾਬੀ ਭਾਸ਼ਾ ਵਿੱਚ ਦੋ ਤਰ੍ਹਾਂ ਨਾਲ ਬੈਠਦੇ ਹਾਂ, ਖੰਡੀ ਧੁਨੀਮ ਅਤੇ ਅਖੰਡੀ ਧੁਨੀਮ। ਖੰਡੀ ਧੁਨੀਮ ਬਾਰੇ ਆਪਾਂ ਗੱਲ ਕਰਦੇ ਹਾਂ। ਉਹ ਧੁਨੀਮ ਜਿਨ੍ਹਾਂ ਨੂੰ ਸੁਤੰਤਰ ਅਤੇ ਵੱਖਰੇ ਤੌਰ 'ਤੇ ਉਚਾਰਿਆ ਜਾ ਸਕਦਾ ਹੋਵੇ, ਜਿਨ੍ਹਾਂ ਨੂੰ ਆਪਾਂ ਸੁਤੰਤਰ ਅਤੇ ਵੱਖਰੇ ਤੌਰ 'ਤੇ ਉਚਾਰਿਆ ਜਾ ਸਕਦਾ ਹੋਵੇ, ਉਹਨਾਂ ਸ਼ਬਦਾਂ ਨੂੰ ਆਪਾਂ ਵੱਖ ਕਰਕੇ ਵੇਖਿਆ ਜਾ ਸਕਦਾ ਹੋਵੇ, ਉਹਨਾਂ ਨੂੰ ਆਪਾਂ ਖੰਡੀ ਧੁਨੀਮ ਆਖਾਂਗੇ। ਗੁਰਮੁਖੀ ਵਰਣਮਾਲਾ ਦੇ ਅਨੁਸਾਰ ਊ ਤੋਂ ਰਾੜੇ ਤੱਕ ਮੇਰੇ ਖੰਡੀ ਧੁਨੀਮ ਹਨ। ਊ ਤੋਂ ਰਾੜੇ ਤੱਕ ਮੇਰੇ ਖੰਡੀ ਧੁਨੀਮ ਹਨ। ਠੀਕ ਹੈ, ਅੱਗੋਂ ਇਹਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਸਵਰ ਅਤੇ ਵਿਅੰਜਨ। ਸਵਰ ਅਤੇ ਵਿਅੰਜਨ। ਠੀਕ ਹੈ, ਸਵਰ ਅਤੇ ਵਿਅੰਜਨ।
ਤੁਸੀਂ ਕਦੇ ਵੀ ਦੇਖਣਾ ਜੇ ਆਪਾਂ ਧੁਨੀਆਂ ਦੀ ਗੱਲ ਕਰਨੀ ਹੋਏਗੀ ਨਾ, ਤੁਹਾਨੂੰ ਸਿੱਧਾ ਦੱਸ ਦੇਣਗੇ ਕਿ ਸਵਰ ਤੇ ਵਿਅੰਜਨ ਧੁਨੀਆਂ ਹੁੰਦੀਆਂ ਹਨ। ਮਗਰ ਉਰੇ ਤੁਹਾਨੂੰ ਮੈਂ ਪੂਰਾ ਦੱਸਿਆ ਪਹਿਲੇ ਕੀ ਹੁੰਦਾ, ਆਪਣੀ ਧੁਨੀ ਹੁੰਦੀ ਹੈ, ਠੀਕ ਹੈ। ਧੁਨੀ 'ਚੋਂ ਕੁਝ ਵਿਸ਼ੇਸ਼ ਧੁਨੀਆਂ ਚੁਣ ਕੇ ਕਿਸੇ ਭਾਸ਼ਾ ਦੀ ਧੁਨੀ ਯੁਕਤ ਅਨੁਸਾਰ ਚੁਣ ਲਿਆ ਜਾਵੇ, ਉਸ ਨੂੰ ਆਪਾਂ ਧੁਨੀਮ ਆਖ ਦਿੱਤਾ ਜਾਂਦਾ ਹੈ। ਧੁਨੀਮ ਤੋਂ ਅੱਗੇ ਜਿਹੜੀਆਂ ਖੰਡੀ ਧੁਨੀਮ ਤੇ ਅਖੰਡੀ ਧੁਨੀਮ 'ਚ ਵਰਤਿਆ ਗਿਆ। ਖੰਡੀ ਧੁਨੀਮ 'ਚ ਅੱਗੇ ਮੇਰੇ ਸਵਰ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਤਾਂ ਸਵਰ ਧੁਨੀਮ ਕੀ ਹੁੰਦੀ ਹੈ? ਉਹ ਧੁਨੀਮ ਜੋ ਜਿਸ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦੀ ਹਵਾ, ਧਿਆਨ ਦਿਓ, ਫੇਫੜਿਆਂ ਵਿੱਚੋਂ ਆਉਂਦੀ ਹਵਾ ਬਿਨਾਂ ਕਿਸੇ ਰੋਕ ਟੋਕ ਤੋਂ ਮੂੰਹ ਪੋਲ ਵਿੱਚੋਂ ਬਾਹਰ ਕੱਢਿਆ ਜਾਂਦਾ ਹੋਵੇ, ਕੋਈ ਰੋਕ ਟੋਕ ਨਾ ਹੁੰਦੀ ਹੋਵੇ। ਤੁਹਾਨੂੰ ਐਗਜ਼ਾਮਪਲ ਵੀ ਦੱਸਦਾ, ਜਿਵੇਂ ਆ, ਓ, ਈ, ਠੀਕ ਹੈ, ਈ, ਐ, ਠੀਕ ਹੈ, ਊ, ਠੀਕ ਹੈ। ਇਹ ਕੀ ਹੋ ਗਈਆਂ ਮੇਰੀਆਂ, ਕਿਹੜੀਆਂ ਧੁਨੀਆਂ ਹੋ ਗਈਆਂ? ਸਵਰ ਧੁਨੀਮ, ਠੀਕ ਹੈ, ਸਵਰ ਧੁਨੀਆਂ ਹੋ ਗਈਆਂ, ਠੀਕ ਹੈ। ਕਿਉਂਕਿ ਇਹਨਾਂ ਧੁਨੀਆਂ ਨੂੰ ਬਿਨਾਂ ਕਿਸੇ ਵਿਅੰਜਨ ਦੀ ਸਹਾਇਤਾ ਨਾਲ, ਯਾਦ ਰੱਖਿਓ, ਬਿਨਾਂ ਕਿਸੇ ਵਿਅੰਜਨ ਦੀ ਸਹਾਇਤਾ ਨਾਲ ਇਕੱਲੇ ਉਚਾਰਿਆ ਜਾ ਸਕਦਾ ਹੋਵੇ, ਉਸ ਨੂੰ ਆਪਾਂ ਕੀ ਆਖਾਂਗੇ? ਸਵਰ ਧੁਨੀਮਾਂ ਦੀ ਵੰਡ ਵਿੱਚ ਮਤਲਬ ਸਵਰ ਧੁਨੀਆਂ ਆਖਾਂਗੇ ਆਪਾਂ, ਠੀਕ ਹੈ। ਇਸ ਨੂੰ ਅੱਗੇ ਆਪਾਂ ਇਸ ਨੂੰ ਹੋਰ ਮੈਂ ਐਕਸਪਲੇਨ ਕਰਨ ਲਈ ਅੱਗੋਂ ਇਹਨੂੰ ਮੈਂ ਕੁਝ ਭਾਗ ਵਿੱਚ ਵੰਡਿਆ, ਜਿਵੇਂ ਕਿ ਉਚਾਰਨ ਦੇ ਵਕਵੇ ਅਨੁਸਾਰ, ਠੀਕ ਹੈ। ਤੁਹਾਨੂੰ ਪਤਾ ਲੱਗੇਗਾ ਕਿੱਥੇ ਆਪਣੀ ਸਵਰ ਧੁਨੀਮ ਕਿਹੜੇ ਭਾਗ ਵਿੱਚ ਕਿਸ ਤਰ੍ਹਾਂ ਯੂਜ਼ ਹੁੰਦੀ ਹੈ, ਠੀਕ ਹੈ। ਇਸ ਆਧਾਰ ਉੱਤੇ ਪੰਜਾਬੀ ਸਵਰਾਂ ਨੂੰ ਲਘੂ ਜਾਂ ਹਰਸਵਰ ਅਤੇ ਦੀਰਘ ਸਵਰ ਵਿੱਚ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਜਿਨ੍ਹਾਂ ਸਵਰਾਂ ਦਾ ਉਚਾਰਨ ਸਮਾਂ ਘੱਟ ਲੱਗਦਾ, ਜਿਨ੍ਹਾਂ ਦਾ ਸਵਰਾਂ ਦਾ ਉਚਾਰਨ ਸਮਾਂ ਘੱਟ ਲੱਗਦਾ ਹੈ, ਉਹਨਾਂ ਨੂੰ ਮੈਂ ਲਘੂ ਸਵਰ ਆਖਦਾ। ਜਿਨ੍ਹਾਂ ਦਾ ਸਮਾਂ ਜ਼ਿਆਦਾ ਲੱਗਦਾ ਹੈ, ਉਹਨਾਂ ਨੂੰ ਮੈਂ ਦੀਰਘ ਸਵਰ ਆਖਦਾ, ਠੀਕ ਹੈ ਫਰੈਂਡਸ, ਠੀਕ ਹੈ ਨਾ। ਆਪਾਂ ਸਵਰਾਂ ਦੀ ਗੱਲ ਕਰ ਰਹੇ ਹਾਂ। ਸਵਰਾਂ ਵਿੱਚ ਅੱਗੇ ਜਿਹੜੇ ਆ ਲਘੂ ਸਵਰ ਤੇ ਮੇਰੇ ਦੀਰਘ ਸਵਰ ਹੈ। ਲਘੂ ਸਵਰ ਉਹ ਜਿਨ੍ਹਾਂ ਦਾ ਉਚਾਰਨ ਦਾ ਸਮਾਂ ਜ਼ਿਆਦਾ ਲੱਗਦਾ ਹੈ, ਠੀਕ ਹੈ। ਤੇ ਦੀਰਘ ਸਵਰ ਉਹ ਜਿਨ੍ਹਾਂ ਨੂੰ ਉਚਾਰਨ ਦਾ ਸਮਾਂ ਉਲਟਾ ਕਹਿ ਗਿਆ ਮੈਂ, ਜਿਨ੍ਹਾਂ ਨੂੰ ਉਚਾਰਨ ਦਾ ਸਮਾਂ ਮੇਰਾ ਘੱਟ ਲੱਗਦਾ ਉਹਨੂੰ ਮੈਂ ਕੀ ਕਹਿੰਦਾ? ਲਘੂ ਸਵਰ ਕਹਿੰਦਾ। ਤੇ ਜਿਨ੍ਹਾਂ ਨੂੰ ਮੈਂ ਉਚਾਰਨ ਦਾ ਸਮਾਂ ਮੇਰਾ ਜ਼ਿਆਦਾ ਲੱਗਦਾ ਉਸ ਨੂੰ ਮੈਂ ਦੀਰਘ ਸਵਰ ਕਹਿੰਦਾ, ਠੀਕ ਹੈ ਫਰੈਂਡਸ। ਹੁਣ ਤੁਹਾਨੂੰ ਮੈਂ ਲਘੂ ਤਾਂ ਸਵਰ ਦੱਸ ਦਿੰਦਾ। ਇਹਨੂੰ ਲਘੂ ਵੀ ਕਿਹਾ ਜਾ ਸਕਦਾ, ਠੀਕ ਹੈ। ਤੁਹਾਨੂੰ ਮੈਂ ਦੱਸਿਆ ਹੀ ਹੈ, ਲਘੂ ਜਾਂ ਹਰਸਵਰ ਇੱਕੋ ਹੀ ਗੱਲ ਹੈ। ਈ, ਊ, ਠੀਕ ਹੈ, ਈ, ਊ, ਠੀਕ ਹੈ। ਜਲਦੀ ਬੋਲਿਆ ਜਾ ਰਿਹਾ ਤੇ ਦੀਰਘ ਸਵਰ ਜਿਨ੍ਹਾਂ ਸਮਾਂ ਜ਼ਿਆਦਾ ਲੱਗ ਰਿਹਾ ਉਹ ਕਿਹੜੇ ਹੋ ਜਾਣਗੇ? ਆ, ਓ, ਈ, ਊ, ਐ, ਠੀਕ ਹੈ, ਐ, ਓ, ਠੀਕ ਹੈ। ਸਮਾਂ ਜ਼ਿਆਦਾ ਲੱਗ ਰਿਹਾ ਨਾ, ਤੁਸੀਂ ਕਦੀ ਵੀ ਆਪ ਉਚਾਰਨ ਕਰੋ, ਤੁਹਾਨੂੰ ਪਤਾ ਲੱਗੇਗਾ। ਆ ਸਮਾਂ ਜ਼ਿਆਦਾ, ਦੋਨਾਂ 'ਚ ਫਰਕ ਹੈ। ਉੱਪਰ ਦੇਖੋ, ਆ ਦੇਖੋ, ਈ, ਓ, ਠੀਕ ਹੈ, ਊ, ਆ ਗਿਆ ਨਾ ਫਰਕ, ਠੀਕ ਹੈ। ਹਰ ਸਵਰ ਉਹ ਹੋਣਗੇ ਜਿਨ੍ਹਾਂ ਦਾ ਸਮਾਂ ਮੇਰਾ ਘੱਟ ਲੱਗ ਰਿਹਾ ਉਚਾਰਨ ਸਮੇਂ। ਦੀਰਘ ਸਵਰ ਉਹ ਹੋਣਗੇ ਜਿਨ੍ਹਾਂ ਦਾ ਸਮਾਂ ਮੇਰਾ ਜ਼ਿਆਦਾ ਲੱਗ ਰਿਹਾ, ਠੀਕ ਹੈ। ਇਹ ਹੋ ਗਿਆ ਇੱਕ ਸਵਰ ਧੁਨੀਮ ਦਾ ਇੱਕ ਉਚਾਰਨ ਦਾ ਵਕਫਾ, ਸਾਨੂੰ ਇਹ ਪਤਾ ਲੱਗ ਗਿਆ, ਠੀਕ ਹੈ। ਦੂਜਾ ਹੈਗਾ ਜੀਭ ਦੀ ਸਥਿਤੀ ਅਨੁਸਾਰ। ਇਸ ਆਧਾਰ ਉੱਤੇ ਸਵਰਾਂ ਨੂੰ ਉੱਚੇ ਅਤੇ ਅਰਧ ਉੱਚੇ, ਨੀਵੇਂ ਅਤੇ ਅਰਧ ਨੀਵੇਂ ਆਦਿ ਦੀ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਤੁਸੀਂ ਉਹਦੇ ਸੋਚ ਰਹੇ ਹੋਵੋਗੇ ਕਿ ਉੱਚੇ, ਅਰਧ ਉੱਚੇ, ਨੀਵੇਂ, ਅਰਧ ਨੀਵੇਂ ਕੀ ਮਤਲਬ ਹੋਇਆ? ਉਸਦਾ ਵੀ ਅੱਗੋਂ ਮੈਂ ਤੁਹਾਨੂੰ ਐਕਸਪਲੇਨ ਦੱਸ ਦਿੰਦਾ ਕਿ ਉੱਚੇ ਸਵਰਾਂ ਦੇ ਉਚਾਰਨ ਸਮੇਂ ਜਦੋਂ ਆਪਾਂ ਉੱਚੇ ਦੀ ਗੱਲ ਕਰ ਰਹੇ ਹਾਂ, ਉਦੋਂ ਆਪਾਂ ਜੀਭ ਜਿਹੜੀ ਹੈ ਤਾਲੂ ਦੇ ਬਿਲਕੁਲ ਨਜ਼ਦੀਕ ਹੋਏਗੀ। ਜੀਭ ਜਿਹੜੀ ਹੈ ਨਾ ਉਹ ਤਾਲੂ ਦੇ ਬਿਲਕੁਲ ਨਜ਼ਦੀਕ ਹੋਏਗੀ, ਠੀਕ ਹੈ, ਕੋਲ ਚਲੀ ਜਾਂਦੀ ਹੈ। ਜਦ ਕਿ ਨੀਵੇਂ ਸਵਰ ਵਿੱਚ ਜੀਭ ਤੇ ਤਾਲੂ ਦਾ ਡਿਸਟੈਂਸ ਹੋ ਜਾਂਦਾ ਹੈ। ਕਿਵੇਂ ਹੋ ਜਾਂਦਾ ਆਪਾਂ ਐਗਜ਼ਾਮਪਲ ਪੜਾਂਗੇ। ਉੱਚੇ 'ਚ ਨਾਲ ਬੋਲੋ, ਈ, ਊ, ਠੀਕ ਹੈ, ਈ ਲੱਗ ਗਈ ਨਾ ਜੀਭ ਜਿਹੜੀ ਤਾਲੂ ਦੇ ਬਿਲਕੁਲ ਨਾਲ, ਊ, ਠੀਕ ਹੈ। ਅਰਧ ਉੱਚੇ ਯਾਨੀ ਕਿ ਆਪਣੀ ਜੀਭ ਜਿਹੜੀ ਹੈ ਨਾ ਅੱਧੀ ਲੱਗ ਰਹੀ ਹੈ, ਠੀਕ ਹੈ, ਤਾਲੂ ਨਾਲ, ਈ, ਊ, ਠੀਕ ਹੈ। ਤੇ ਨੀਵੇਂ ਮੂੰਹ ਖੁੱਲ ਜਾਂਦਾ ਸਾਡਾ, ਠੀਕ ਹੈ, ਤੇ ਤਾਲੂ ਤੇ ਜੀਭ 'ਤੇ ਡਿਸਟੈਂਸ ਆ ਜਾਂਦਾ। ਕਿਵੇਂ ਆਉਂਦਾ ਦੇਖੋ, ਸੁਣੋ, ਆ, ਐ ਨਾਲ ਬੋਲੋ ਤਾਂ ਤੁਹਾਨੂੰ ਪਤਾ ਲੱਗੇਗਾ, ਰੱਟਾ ਝਾੜਨਾ ਨਹੀਂ ਪਏਗਾ, ਤੁਹਾਨੂੰ ਪਤਾ ਲੱਗ ਜਾਏਗਾ। ਓ, ਠੀਕ ਹੈ। ਅਰਧ ਨੀਵੇਂ, ਐ, ਆ, ਐ, ਓ, ਠੀਕ ਹੈ। ਪਤਾ ਲੱਗ ਗਿਆ ਨਾ ਤੁਹਾਨੂੰ ਹੁਣ ਕਿ ਉੱਚੇ, ਅਰਧ ਉੱਚੇ, ਨੀਵੇਂ, ਅਰਧ ਨੀਵੇਂ ਕੀ ਹੁੰਦਾ। ਉਸ ਤੋਂ ਅੱਗੇ ਦੇਖਦੇ ਹਾਂ ਜੀਭ ਦੇ ਸਥਾਨ ਦੇ ਆਧਾਰ ਉੱਤੇ। ਹੁਣ ਜੀਭ ਦੀ ਸਥਾਨ ਦੇ ਆਧਾਰ 'ਤੇ ਆਪਾਂ ਦੇਖਾਂਗੇ, ਠੀਕ ਹੈ। ਉਹ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਤੁਹਾਨੂੰ ਸਮਝਾਵਾਂਗਾ। ਕਿਸੇ ਸਵਰ ਦੇ ਉਚਾਰਨ ਸਮੇਂ ਜੀਭ ਦਾ ਕਿਹੜਾ ਹਿੱਸਾ ਕਾਰਜਸ਼ੀਲ ਹੁੰਦਾ ਹੈ, ਉਸ ਆਧਾਰ ਉੱਤੇ ਆਪਾਂ ਸਵਰਾਂ ਨੂੰ ਅਗਲੇ, ਵਿਚਕਾਰਲੇ ਅਤੇ ਪਿਛਲੇ ਸਵਰ ਦੀ ਸ਼੍ਰੇਣੀ ਵਿੱਚ ਵੰਡਿਆ ਜਾ ਸਕਦਾ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਅਗਲੇ, ਵਿਚਕਾਰਲੇ, ਪਿਛਲੇ ਦਾ ਕੀ ਮਤਲਬ ਹੋਇਆ, ਉਹ ਤੁਹਾਨੂੰ ਅੱਗੇ ਪਤਾ ਲੱਗ ਜਾਏਗਾ। ਆ ਦੇਖੋ, ਅਗਲੇ ਮਤਲਬ ਜੀਭ ਜਿਹੜੀ ਹੈ ਮੇਰੀ ਤਾਲੂ ਦੇ ਅਗਲੇ ਹਿੱਸੇ ਲੱਗ ਰਹੀ ਹੈ, ਈ,
ठीक है, ए, ठीक है। विचकारले मतलब जीभ ते तालू दे विचकारला हिस्सा लग रहा मेरा, ई, आ, ऊ, ठीक है। पिछले लग रहा ऊ, पिछे चला गई मेरी तालू, ठीक है। ओ, ठीक है, ओ, ठीक है। ਸਾਨੂੰ ਇਹ ਪਤਾ ਲੱਗ ਗਿਆ ਨਾ, ਅਗਲੇ ਵਿਚਕਾਰਲੇ ਤੇ ਪਿਛਲੇ, ਇਹ ਜੀਭ ਦੇ ਸਥਾਨ ਦੇ ਅਨੁਸਾਰ ਹੈ। ਅਗਲਾ ਦੇਖ ਲੈਂਦੇ ਆਪਾਂ, ਸਵਰ ਧੁਨੀਮ ਦੀ ਆਪਣੀ ਗੱਲ ਚੱਲ ਰਹੀ ਹੈ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਬੁੱਲਾਂ ਦੀ ਸਥਿਤੀ ਅਨੁਸਾਰ, ਬੁੱਲਾਂ ਦੀ ਸਥਿਤੀ ਅਨੁਸਾਰ, ਠੀਕ ਹੈ। ਇਸ ਆਧਾਰ ਉੱਤੇ ਸਵਰਾਂ ਨੂੰ ਆਪਾਂ ਗੁਲਾਈਦਾਰ ਤੇ ਗੁਲਾਈ ਰਹਿਤ ਆਦਿ ਦੀ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਗੁਲਾਈਦਾਰ ਤੇ ਗੁਲਾਈ ਰਹਿਤ ਦਾ ਕੀ ਮਤਲਬ ਹੋਇਆ, ਉਹ ਵੀ ਆਪਾਂ ਉਰੇ ਸਮਝਾਂਗੇ ਕਿ ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਬੁੱਲ ਗੁਲਾਈ ਸਥਿਤੀ ਵਿੱਚ ਆਉਣ, ਉਸ ਨੂੰ ਆਪਾਂ ਗੁਲਾਈਦਾਰ ਸਵਰ ਆਖਦੇ ਹਾਂ, ਠੀਕ ਹੈ। ਬੁੱਲ ਜਿਹੜੇ ਉਹ ਗੁਲਾਈਦਾਰ ਸਥਿਤੀ 'ਚ ਆਉਣ, ਕਿਵੇਂ ਆਉਣਗੇ ਉਹ ਆਪਾਂ ਅੱਗੇ ਦੇਖਾਂਗੇ ਆਪਾਂ, ਠੀਕ ਹੈ। ਅਤੇ ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਬੁੱਲ ਚਪਟੀ ਸਥਿਤੀ ਵਿੱਚ ਆਉਣ, ਉਹਨਾਂ ਨੂੰ ਆਪਾਂ ਗੁਲਾਈਦਾਰ ਰਹਿਤ ਕਹਾਂਗੇ, ਠੀਕ ਹੈ। ਗੁਲਾਈਦਾਰ ਕਿਵੇਂ, ਦੇਖੋ ਧਿਆਨ ਨਾਲ, ਨਾਲ ਤੁਸੀਂ ਵੀ ਉਚਾਰੋ, ਊ, 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 ਓ, ਠੀਕ ਹੈ, ਊ, ਊ, ਠੀਕ ਹੈ, ਠੀਕ ਹੈ। ਮੂੰਹ ਪੂਰਾ ਗੁਲਾਈਦਾਰ ਬਣ ਗਿਆ ਨਾ, ਠੀਕ ਹੈ। ਗੁਲਾਈ ਰਹਿਤ ਕਿਵੇਂ ਹੋਏਗਾ, ਏ, ਐ, ਚਪਟੀ ਸਥਿਤੀ ਬਣ ਰਹੀ ਹੈ, ਈ, ਠੀਕ ਹੈ, ਆ, ਠੀਕ ਹੈ ਫਰੈਂਡਸ। ਸੋ ਆਪਾਂ ਨੇ ਸਵਰ ਧੁਨੀਆਂ ਦੇਖ ਲਈਆਂ, ਹੁਣ ਆਪਾਂ ਵਿਅੰਜਨ ਧੁਨੀਆਂ ਦੀ ਗੱਲ ਕਰਾਂਗੇ। ਇਹ ਉਹ ਖੰਡੀ ਧੁਨੀਮ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦੀ ਹਵਾ, ਧਿਆਨ ਦੇਣਾ ਉਰੇ, ਨੋਟਿਸ ਕਰਨਾ, ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਕੋਈ ਨਾ ਕੋਈ ਉਚਾਰਨ ਖੰਡ ਪੂਰਨ ਜਾਂ ਪੂਰਨ ਤੌਰ 'ਤੇ ਰੋਕੇ, ਠੀਕ ਹੈ। ਸਵਰ ਧੁਨੀਆਂ ਦੀ ਆਪਾਂ ਜੋ ਗੱਲ ਕੀਤੀ ਸੀ, ਉਦੋਂ ਆਪਾਂ ਗੱਲ ਕੀਤੀ ਸੀ ਕਿ ਉਹ ਸੁਤੰਤਰ ਤੌਰ 'ਤੇ ਬੋਲੇ ਜਾਂਦੇ ਹਨ, ਮਗਰ ਉਰੇ ਜਦੋਂ ਆਪਾਂ ਵਿਅੰਜਨ ਧੁਨੀਆਂ ਦੀ ਗੱਲ ਕਰ ਰਹੇ ਹਾਂ, ਇਹ ਕਿਸੇ ਨਾ ਕਿਸੇ ਉਚਾਰਨ ਖੰਡ ਪੂਰਨ ਜਾਂ ਪੂਰਨ ਤੌਰ 'ਤੇ ਰੋਕੇ ਜਾ ਰਹੇ ਹਨ, ਠੀਕ ਹੈ। ਉਹਨਾਂ ਨੂੰ ਆਪਾਂ ਵਿਅੰਜਨ ਧੁਨੀਮ ਆਖਾਂਗੇ। ਇਹ ਵਿਅੰਜਨ ਧੁਨੀਮ ਪ੍ਰਧਾਨ ਧੁਨੀਆਂ ਦੀ ਅਖਵਾਉਂਦੇ ਹਨ, ਪ੍ਰਾਧੀਨ ਧੁਨੀਆਂ ਵੀ ਅਖਵਾਉਂਦੇ ਹਨ, ਠੀਕ ਹੈ। ਕਿਉਂਕਿ ਇਹਨਾਂ ਨੂੰ ਹਮੇਸ਼ਾ ਸਵਰ ਧੁਨੀਆਂ ਦੀ ਮਦਦ ਨਾਲ ਹੀ ਉਚਾਰਿਆ ਜਾ ਸਕੇਗਾ। ਯਾਦ ਕਰਨ ਵਾਲੀ ਲਾਈਨ ਹੈ ਕਿ ਇਹਨਾਂ ਨੂੰ ਹਮੇਸ਼ਾ ਮੇਰੀ ਸਵਰ ਧੁਨੀਆਂ ਦੀ ਮਦਦ ਨਾਲ ਹੀ ਉਚਾਰਿਆ ਜਾ ਸਕੇਗਾ, ਠੀਕ ਹੈ ਫਰੈਂਡਸ। ਬਿਨਾਂ ਉਸ ਤੋਂ ਨਹੀਂ ਉਚਾਰਿਆ ਜਾ ਸਕਦਾ। ਸਵਰ ਧੁਨੀਆਂ ਜਿਹੜੀਆਂ ਸੀ ਉਹ ਤਾਂ ਸੁਤੰਤਰ ਸੀ, ਉਹ ਤਾਂ ਬਿਨਾਂ ਕਿਸੇ ਦੀ ਹੈਲਪ ਨਾਲ, ਉਹਨੂੰ ਬਿਨਾਂ ਕਿਸੇ ਹੈਲਪ ਤੋਂ ਉਚਾਰਿਆ ਜਾ ਸਕਦਾ ਸੀ, ਠੀਕ ਹੈ। ਪੰਜਾਬੀ ਭਾਸ਼ਾ ਵਿੱਚ ਇਹ ਅੱਗੇ ਦੇਖਣ ਦੀ ਲੋੜ ਨਹੀਂ, ਠੀਕ ਹੈ। ਇਹ ਉਰੇ ਤੱਕ ਸੀ ਆਪਣਾ। ਉਸ ਤੋਂ ਬਾਅਦ ਆਪਾਂ ਵਿਅੰਜਨ ਧੁਨੀਆਂ ਦੇਖ ਲੈਂਦੇ ਹਾਂ, ਠੀਕ ਹੈ। ਵਿਅੰਜਨ ਧੁਨੀਆਂ ਨੂੰ ਆਪਾਂ ਕਿੰਨੀ ਤਰ੍ਹਾਂ ਨਾਲ ਵੰਡਿਆ ਜਾ ਸਕਦਾ, ਠੀਕ ਹੈ। ਇਹ ਮੈਂ ਉਰੇ ਗੱਲ ਕੀਤੀ ਹੋਈ ਹੈ। ਊੜਾ, ਆੜਾ ਅਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਵਿਅੰਜਨ ਗਾਏ ਜਾਣਗੇ, ਠੀਕ ਹੈ। ਯਾਦ ਰੱਖਿਓ, ਊੜਾ, ਆੜਾ ਅਤੇ ਈੜੀ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਵਿਅੰਜਨ ਗਾਏ ਜਾਣਗੇ। ਇਹ ਆਪਣੇ ਅਲੱਗ-ਅਲੱਗ ਤਰ੍ਹਾਂ ਨਾਲ ਸਾਨੂੰ ਪਤਾ ਲੱਗੇਗਾ। ਉਹਦੇ ਟਾਈਪਸ ਹੈ, ਠੀਕ ਹੈ, ਭਾਗ 'ਚ ਵੰਡਿਆ ਹੋਇਆ। ਕੰਠੀ ਵਿਅੰਜਨ, ਤਾਲਵੀ ਵਿਅੰਜਨ, ਉਲਟ ਜਿਪੀ ਵਿਅੰਜਨ, ਹੋਠੀ ਵਿਅੰਜਨ, ਦੰਤੀ ਵਿਅੰਜਨ, ਨਾਸਕੀ ਵਿਅੰਜਨ, ਅਰਧਸਵਰ ਧੁਨੀਆਂ, ਠੀਕ ਹੈ, ਸੁਰਯੰਤਰੀ, ਠੀਕ ਹੈ। ਕੰਠੀ ਵਿਅੰਜਨ 'ਚ ਕਿਵੇਂ ਆ ਜਾਏਗਾ, ਕ, ਖ, ਗ, ਕ, ਠੀਕ ਹੈ। ਤਾਲੀ ਵਿਅੰਜਨ ਚ, ਛ, ਜ, ਠੀਕ ਹੈ। ਉਲਟ ਜਿਪੀ ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਠੀਕ ਹੈ। ਦੰਤੀ ਤੱਥਾ, ਦੱਦਾ, ਧੱਦਾ, ਨੰਨਾ, ਠੀਕ ਹੈ ਫਰੈਂਡਸ। ਹੋਠੀ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਠੀਕ ਹੈ। ਨਾਸਕੀ ਨਾਣਾ, ਨੰਨਾ, ਮੰਮਾ, ਠੀਕ ਹੈ। ਇਹ ਸਾਰੇ ਮੇਰੇ ਨੱਕ ਦੁਆਰਾ ਬੋਲੇ ਜਾਂਦੇ ਆ। ਹੋਠੀ ਮਤਲਬ ਜੋ ਮੇਰੇ ਬੁੱਲਾਂ ਦੁਆਰਾ ਬੋਲੇ ਜਾ ਰਹੇ, ਪੱਪਾ, ਫੱਫਾ, ਠੀਕ ਹੈ। ਨਾਮ ਨਾਲ ਹੀ ਸਮਝ ਆ ਰਿਹਾ, ਮੇਰੇ ਦੰਦਾਂ ਨਾਲ ਲੱਗ ਰਹੇ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਠੀਕ ਹੈ ਫਰੈਂਡਸ। ਇਹਨਾਂ 'ਚ ਇੱਕ ਨੋਟ ਕਰਨ ਵਾਲੀ ਗੱਲ ਹੈ, ਜਿਸ 'ਚੋਂ ਆ ਸ਼ਬਦ ਨੇ ਨਾ, ਆ ਜਿਹੜੇ ਸਵਰ ਨੇ, ਠੀਕ ਹੈ, ਇਹਨਾਂ ਤੋਂ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ, ਇਹਨਾਂ 'ਚੋਂ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ, ਧਿਆਨ ਰੱਖਿਓ ਹਮੇਸ਼ਾ, ਠੀਕ ਹੈ ਫਰੈਂਡਸ। ਹੁਣ ਆਪਾਂ ਕੁਝ MCQ ਦੀ ਪ੍ਰੈਕਟਿਸ ਕਰ ਲਈਏ। ਹੁਣ ਮੇਰਾ ਮੂੰਹ ਵਿੱਚੋਂ ਨਿਕਲਣ ਵਾਲੀ ਹਵਾ ਜਿਸ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ, ਉਸ ਨੂੰ ਵਰਨ ਨਾਲ ਅੰਕਿਤ ਕੀਤਾ ਜਾਂਦਾ, ਉਸ ਨੂੰ ਕੀ ਆਖਦੇ ਹਨ, ਦੱਸੋ। ਕੀ ਆਖਾਂਗੇ ਉਰੇ ਆਪਾਂ ਆਖਾਂਗੇ ਆਪਾਂ ਧੁਨੀ ਆਖਾਂਗੇ। ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਜਿਸ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ ਅਤੇ ਉਸ ਨੂੰ ਵਰਨ ਨਾਲ ਅੰਕਿਤ ਕੀਤਾ ਜਾਂਦਾ ਹੈ, ਉਸ ਨੂੰ ਆਪਾਂ ਧੁਨੀ ਆਖਾਂਗੇ। ਪੰਜਾਬੀ ਧੁਨੀਆਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਜਾ ਸਕਦਾ ਹੈ, ਦੱਸੋ। ਤਿੰਨ, ਚਾਰ, ਦੋ, ਪੰਜ।
ਇਹ ਆਪਾਂ ਵੰਡਾਂਗੇ ਦੋ ਤਰ੍ਹਾਂ ਨਾਲ, ਸਵਰ ਧੁਨੀਆਂ, ਠੀਕ ਹੈ, ਤੇ ਵਿਅੰਜਨ ਧੁਨੀਆਂ। ਠੀਕ ਹੈ ਫਰੈਂਡਸ, ਐਕਚੁਅਲੀ ਆਪਾਂ ਨੇ ਗੱਲ ਤਾਂ ਇਹਦੀ ਕਰਨੀ ਹੈ, ਮਗਰ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਆਪਾਂ ਸਵਰ ਤੇ ਵਿਅੰਜਨ ਧੁਨੀਆਂ 'ਚ ਕਿਵੇਂ ਪਹੁੰਚੇ ਹਾਂ। ਠੀਕ ਹੈ, ਉਹ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਨਾ, ਖੰਡੀ ਤੇ ਅਖੰਡੀ ਵਿੱਚ। ਫਿਰ ਉਸ ਤੋਂ ਅੱਗੇ ਆਪਾਂ ਪਾਰਟ ਬਣਿਆ ਖੰਡੀ ਧੁਨੀਮ ਦਾ, ਫਿਰ ਉਸ ਦਾ ਪਾਰਟ ਬਣਿਆ ਆਪਾਂ ਸਵਰ ਤੇ ਵਿਅੰਜਨ ਧੁਨੀਆਂ ਦਾ। ਜੇ ਤੁਹਾਨੂੰ ਉਰੇ ਪੁੱਛ ਲਿਆ ਜਾਵੇ ਪੰਜਾਬੀ ਧੁਨੀਆਂ ਨੂੰ ਕਿੰਨੇ ਪ੍ਰਕਾਰ 'ਚ ਵੰਡਿਆ ਜਾ ਸਕਦਾ ਹੈ, ਤਾਂ ਉਹ ਦੋ ਪ੍ਰਕਾਰ 'ਚ ਹੀ ਵੰਡਿਆ ਜਾ ਸਕਦਾ ਹੈ। ਠੀਕ ਹੈ, ਸਵਰ ਧੁਨੀਆਂ ਤੇ ਵਿਅੰਜਨ। ਗੁਰਮੁਖੀ ਵਰਣਮਾਲਾ ਦਾ ਮੂਲ ਸਵਰ ਦੱਸੋ ਕੀ ਹੈ? ਊੜਾ ਆੜਾ ਹਾਹਾ, ਊੜਾ ਆੜਾ ਈੜੀ, ਹਾ ਕੱਕਾ ਚੱਚਾ, ਦੱਸੋ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੇਣਾ। ਠੀਕ ਹੈ ਫਰੈਂਡਸ, ਅੱਗੇ ਆਪਾਂ ਦੇਖਦੇ ਹਾਂ ਲਾਸਟ ਕੁਐਸਚਨ। ਹੇਠ ਲਿਖਿਆਂ ਵਿੱਚੋਂ ਹਰ ਸਵਰ ਧੁਨੀ ਵਿੱਚ ਆਉਂਦਾ ਹੈ, ਦੱਸੋ ਕਿਹੜਾ ਆਉਂਦਾ ਹੈ, ਦੱਸੋ। ਆੜਾ ਆਉਂਦਾ, ਊ ਆਉਂਦਾ, ਦੱਸੋ ਕਿਹੜਾ ਆਏਗਾ ਇਹਨਾਂ 'ਚੋਂ। ਸੋ ਤਿੰਨਾਂ 'ਚੋਂ ਦੱਸ ਦਿਓ ਕੋਈ। ਆਪਾਂ ਪੜ੍ਹ ਕੇ ਆਏ ਨਾ, ਹਰ ਸਵਰ ਮਤਲਬ ਕਿਹੜਾ ਸਵਰ, ਹਰ ਸਵਰ ਕਿਹੜਾ ਹੋਇਆ, ਲਘੂ ਸਵਰ। ਇਹਨੂੰ ਲਘੂ ਸਵਰ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਸਮਾਂ ਘੱਟ ਲੱਗਦਾ ਹੈ। ਦੱਸੋ ਕਿਸ 'ਚ ਸਮਾਂ ਘੱਟ ਲੱਗਦਾ, ਇਹ ਊੜਾ ਹੈ। ਅੱਛਾ, ਮੈਂ ਪਾਉਂਦਾ ਇਵੇਂ ਤਾਂ ਕਰਕੇ ਤੁਹਾਨੂੰ ਲੱਗਦਾ ਇਹਦੇ ਥੱਲੇ ਔਂਕੜ ਨਹੀਂ ਹੈ, ਊੜ ਹੈ। ਇਹਦਾ ਆਨਸਰ ਆ ਜਾਏਗਾ ਬੀ ਆਪਸ਼ਨ, ਆੜਾ। ਠੀਕ ਹੈ, ਮਤਲਬ ਕਿ ਊੜਾ। ਠੀਕ ਹੈ ਫਰੈਂਡ, ਜਿਹੜਾ ਇਹ ਕੁਐਸਚਨ ਪੁੱਛੇ ਤੁਸੀਂ ਆਨਸਰ ਜ਼ਰੂਰ ਦੇਣਾ। ਵਰਣਮਾਲਾ ਦਾ ਮੂਲ ਸਵਰ ਦੱਸੋ। ਠੀਕ ਹੈ, ਇਹ ਤੁਸੀਂ ਆਨਸਰ ਜ਼ਰੂਰ ਮੈਨੂੰ ਦੇਣਾ। ਠੀਕ ਹੈ, ਹੁਣ ਆਪਾਂ ਕੱਲ੍ਹ ਮਿਲਾਂਗੇ। ਠੀਕ ਹੈ, ਅੱਜ ਆਪਾਂ ਨੇ ਧੁਨੀਆਂ ਦੇਖਿਆ। ਠੀਕ ਹੈ ਫਰੈਂਡਸ, ਧੁਨੀਆਂ ਬਾਰੇ ਗੱਲ ਕੀਤੀ ਆਪਾਂ ਨੇ। ਧੁਨੀ ਦਾ ਪਹਿਲਾ ਭਾਗ ਦੇਖ ਲਿਆ ਆਪਣੇ ਗ੍ਰਾਮਰ ਦਾ, ਠੀਕ ਹੈ, ਵਿਆਕਰਨ ਦਾ। ਹੁਣ ਆਪਾਂ ਦੂਜਾ ਭਾਗ ਵੀ ਦੇਖਾਂਗੇ ਅਤੇ ਤੀਜਾ ਭਾਗ ਵੀ ਦੇਖਾਂਗੇ ਹੌਲੀ ਹੌਲੀ ਆਉਣ ਵਾਲੇ ਲੈਕਚਰਸ ਵਿੱਚ। ਠੀਕ ਹੈ ਫਰੈਂਡਸ, ਇਹ ਮੇਰੇ ਨੋਟਸ ਨੇ, ਜਿਸ ਵਿੱਚ ਤੁਹਾਨੂੰ ਕੁਝ ਵੀ ਥੋੜ੍ਹੀ ਬਹੁਤੀ ਵੀ ਗਲਤੀ ਲੱਗੇ ਤਾਂ ਮੈਨੂੰ ਮਾਫ ਕਰਿਓ। ਠੀਕ ਹੈ, ਅਤੇ ਲਾਈਨਿੰਗ ਵਿੱਚ ਥੋੜ੍ਹੀ ਵੀ ਮੇਰੀ ਮਤਲਬ ਜੇ ਮੈਨੇ ਸਿੱਧੀ ਲਾਈਨ 'ਚ ਨਾ ਲਿਖਿਆ ਹੋਵੇ ਤਾਂ ਵੀ ਮੈਨੂੰ ਮਾਫ ਕਰਿਓ। ਠੀਕ ਹੈ, ਨੋਟਸ ਨੇ ਤਾਂ ਇਹਨੂੰ ਉਮੀਦ ਰੱਖਾਂ ਤੁਸੀਂ ਮੈਨੂੰ ਮਾਫ ਕਰੋਗੇ ਜੇ ਕੋਈ ਗਲਤੀ ਵੀ ਹੋਵੇ। ਠੀਕ ਹੈ, ਅਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਜ਼ਰੂਰ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਣਾ। ਠੀਕ ਹੈ, ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ, ਸ਼ੇਅਰ ਜ਼ਰੂਰ ਕਰਨਾ। ਠੀਕ ਹੈ ਫਰੈਂਡਸ, ਹੁਣ ਆਪਾਂ ਕੱਲ੍ਹ ਮਿਲਾਂਗੇ। ਥੈਂਕ ਯੂ।